हेलो स्टूडेंट्स। सो साडा नैक्सट टॉपिक हैगा आ कैंटिलीवर बीम कैरिंग यूडीएल। सो पहला जिहड़ा आपां न्यूमेरिकल कीता सीगा वो सीगा कैंटिलीवर बीम कैरिंग पॉइंट लोड ओनली। सो इहदे विच आपां सिर्फ यूडीएल लवांगे, फिर आप इस तो बाद कैंटिलीवर बीम दे विच ही आपां करांगे क्वेश्चन जिहदे विच यूडीएल भी होगा तो पॉइंट लोड दोनों होणगे। ठीक है जी। सो इस न्यूमेरिकल नूं देखदे हां। ए कैंटिलीवर ऑफ लेंथ 3 मीटर कैरीज अ यूनीफॉर्मली डिस्ट्रीब्यूटेड लोड ऑफ 1 किलो न्यूटन पर मीटर। ਹੁਣ ਜਦੋਂ ਵੀ ਯੂਡੀਐਲ ਲੋਡ ਦੀ ਗੱਲ ਕੀਤੀ ਜਾਊਗੀ ਤਾਂ ਹਮੇਸ਼ਾ ਜਿਹੜਾ ਯੂਡੀਐਲ ਆ ਉਹ ਕਿਲੋ ਨਿਊਟਨ ਪਰ ਮੀਟਰ ਦੇ ਵਿੱਚ ਹੀ ਗਿਵਨ ਹੋਊਗਾ ਤੁਹਾਡੇ ਕੋਲ। ਠੀਕ ਹੈ ਜੀ, ਕਿਉਂਕਿ ਇਹਦੀ ਜੋ ਤੁਹਾਨੂੰ ਮੈਂ ਦੱਸਿਆ ਸੀ ਜਿਹੜਾ ਪੁਆਇੰਟ ਲੋਡ ਆ ਇੱਕ ਸਿੰਗਲ ਪੁਆਇੰਟ ਦੇ ਉੱਤੇ ਅਪਲਾਈ ਹੁੰਦਾ ਆ, ਅਤੇ ਜਿਹੜਾ ਯੂਡੀਐਲ ਉਹ ਕੁਛ ਏਰੀਆ ਕਵਰ ਕਰਦਾ ਆ। ਸੋ ਪਰ ਮੀਟਰ ਕਿੰਨਾ ਮੀਟਰ ਏਰੀਆ ਕਵਰ ਕਰਦਾ ਪਿਆ ਆ ਏਰੀਆ। ਠੀਕ ਹੈ ਜੀ, ਉਹ ਉਸ ਹਿਸਾਬ ਨਾਲ ਇਹ ਸਾਨੂੰ ਦੱਸੇਗਾ। ਸੋ ਇਹਦੇ ਵਿੱਚ ਕਿਲੋ ਨਿਊਟਨ ਪਰ ਮੀਟਰ ਠੀਕ ਹੈ ਜੀ ਦੇ ਹਿਸਾਬ ਨਾਲ ਆਪਾਂ ਯੂਡੀਐਲ ਨੂੰ ਕੰਸੀਡਰ ਕਰਨਾ ਹੈ। ਸੋ ਕਿੰਨੀ ਲੈਂਥ ਵਿੱਚ ਇਹ ਗਿਵਨ ਦਿੱਤਾ ਹੋਇਆ ਹੈ, ਦੇਖੋ ਇਹ ਦਿੱਤਾ ਹੋਇਆ ਓਵਰਆਲ ਲੈਂਥ ਆਫ 2 ਮੀਟਰ। 2 ਮੀਟਰ ਦੀ ਲੈਂਥ ਦੇ ਵਿੱਚ ਇਸ ਨੂੰ ਦਿੱਤਾ ਗਿਆ ਹੈ। ਠੀਕ ਹੈ ਜੀ, 2 ਮੀਟਰ ਦੀ ਲੈਂਥ ਦੇ ਵਿੱਚ ਇਸ ਨੂੰ ਦਿੱਤਾ ਗਿਆ ਹੈ। ਠੀਕ ਆ, ਫਰੋਮ ਦਾ ਫਰੀ ਐਂਡ। ਹੁਣ ਕੈਂਟੀਲੀਵਰ ਦੇ 2 ਐਂਡ, ਇੱਕ ਫਿਕਸਡ ਐਂਡ ਇੱਕ ਫਰੀ ਐਂਡ। ਫਰੀ ਐਂਡ ਤੋਂ ਠੀਕ ਆ ਜੀ, ਕੋਸ਼ਟ ਜ਼ਰੂਰੀ ਨਹੀਂ ਹੈ ਕਿ ਤੁਹਾਨੂੰ ਇਨ ਫਾਈਨਲ ਪੇਪਰ ਦੇ ਵਿੱਚ ਤੁਹਾਨੂੰ ਡਾਇਗਰਾਮ ਗਿਵਨ ਹੋਊਗਾ, ਤੁਹਾਨੂੰ ਡਾਇਗਰਾਮ ਆਪ ਵੀ ਬਣਾਉਣਾ ਪੈ ਸਕਦਾ ਹੈ। ਸੋ ਇਸ ਕਰਕੇ ਉਹਨੇ ਇਹ ਦੱਸ ਦਿੱਤਾ ਕਿ ਕਿਸ ਐਂਡ ਤੋਂ ਆ, ਫਰੀ ਐਂਡ ਤੋਂ ਆ। ਠੀਕ ਹੈ ਜੀ, ਇੱਧਰੋਂ ਵੀ ਹੋ ਸਕਦਾ ਸੀਗਾ, ਪੁਆਇੰਟ ਏ ਵੱਲੋਂ ਵੀ ਹੋ ਸਕਦਾ ਸੀਗਾ, ਪਰ ਉਹਨੇ ਫਰੀ ਐਂਡ ਦੱਸ ਦਿੱਤਾ, ਇਸ ਕਰਕੇ ਆਪਾਂ ਇੱਥੋਂ ਹੀ ਲਵਾਂਗੇ 2 ਮੀਟਰ ਦੀ ਲੈਂਥ। ਠੀਕ ਹੈ ਜੀ, ਡਰਾ ਦਾ ਸ਼ੀਅਰ ਫੋਰਸ ਐਂਡ ਬੈਂਡਿੰਗ ਮੂਵਮੈਂਟ ਡਾਇਗਰਾਮ। ਸੋ ਇਹਦਾ ਆਪਾਂ ਸ਼ੀਅਰ ਫੋਰਸ ਅਤੇ ਬੈਂਡਿੰਗ ਮੂਵਮੈਂਟ ਡਾਇਗਰਾਮ ਬਣਾਉਣਾ ਹੈ। ਠੀਕ ਹੈ ਜੀ, ਸੋ ਇਹਦੇ ਵਿੱਚ ਹੁਣ ਉਹੀ ਆਪਾਂ ਜਿੱਦਾਂ ਪਿਛਲੀ ਵਾਰ ਸਟੈਪ ਕੀਤੇ ਸੀਗੇ ਸ਼ੀਅਰ ਫੋਰਸ ਦੇ। ਠੀਕ ਆ, ਫਿਰ ਆਪਾਂ ਬੈਂਡਿੰਗ ਮੂਵਮੈਂਟ ਕੈਲਕੂਲੇਟ ਕਰਨਾ ਹੈ, ਫਿਰ ਬੈਂਡਿੰਗ ਮੂਵਮੈਂਟ ਦੇ ਆਪਾਂ ਸਟੈਪ ਕੀਤੇ ਸੀਗੇ। ਠੀਕ ਆ, ਇਸੇ ਤਰੀਕੇ ਨਾਲ ਇਹਦੇ ਵਿੱਚ ਵੀ ਇੱਦਾਂ ਹੀ ਕਰਾਂਗੇ। ਸੋ ਸਭ ਤੋਂ ਪਹਿਲਾਂ ਆਪਾਂ ਨਾਮ ਦੇ ਦਿੰਦੇ ਹਾਂ, ਏ ਪੁਆਇੰਟ, ਬੀ ਪੁਆਇੰਟ, ਸੀ ਪੁਆਇੰਟ ਆਪਾਂ ਨਾਮ ਦੇ ਦਿੱਤੇ। ਠੀਕ ਆ ਜੀ, ਸੋ ਜਦੋਂ ਵੀ ਆਪਾਂ ਯੂਡੀਐਲ ਲੈਣਾ, ਯੂਡੀਐਲ ਦੇ ਦੋਨੋਂ ਐਂਡ 'ਤੇ ਜਿਹੜੇ ਪੁਆਇੰਟ ਉਹ ਆਪਾਂ ਕੰਸੀਡਰ ਕਰਾਂਗੇ, ਬੀ, ਸੀ ਅਤੇ ਏ ਕੀ ਆ ਫਿਕਸਡ ਪੁਆਇੰਟ ਆ। ਠੀਕ ਆ, ਸੋ ਟੋਟਲ ਲੈਂਥ ਕਿੰਨੀ ਆ 3 ਮੀਟਰ ਆ, ਜਿਹਦੇ ਵਿੱਚ 2 ਮੀਟਰ ਕੀ ਆ ਯੂਡੀਐਲ ਆ। ਠੀਕ ਆ, ਸੋ ਸਟਾਰਟ ਕਰਦੇ ਹਾਂ ਆਪਾਂ ਨਿਊਮੈਰੀਕਲ। ਸਭ ਤੋਂ ਪਹਿਲਾਂ ਸ਼ੀਅਰ ਫੋਰਸ ਡਾਇਗਰਾਮ। ਉਸ ਤੋਂ ਪਹਿਲਾਂ ਕੀ ਲੈਣੇ ਆ, ਸਾਈਨ ਕਨਵੈਨਸ਼ਨਸ। ਤੁਹਾਨੂੰ ਯਾਦ ਹੋਣਾ ਸਾਈਨ ਕਨਵੈਨਸ਼ਨ ਮੈਂ ਤੁਹਾਨੂੰ ਦੱਸਿਆ ਕਿ ਲੈਫਟ ਸਾਈਡ ਅਤੇ ਰਾਈਟ ਸਾਈਡ। ਆਪਾਂ ਰਾਈਟ ਸਾਈਡ ਵਾਲੇ ਹੀ ਕੰਸੀਡਰ ਕਰਨੇ ਆ। ਰਾਈਟ ਹੈਂਡ ਸਾਈਡ ਦੇ ਵਿੱਚ ਇੱਕ ਆਪਾਂ ਕੀ ਲਿਆ ਸੀਗਾ ਲਾਸਟ ਟਾਈਮ ਤੁਹਾਨੂੰ ਪਤਾ ਆ। ਠੀਕ ਆ, ਉੱਪਰੋਂ ਜਦੋਂ ਆਪਾਂ ਨੀਚੇ ਫੋਰਸ ਲੈਣੀ ਆ, ਜਦੋਂ ਆਪਾਂ ਸ਼ੀਅਰ ਫੋਰਸ ਦੀ ਗੱਲ ਕਰਦੇ ਹਾਂ, ਇਕੱਲੀ ਸ਼ੀਅਰ ਫੋਰਸ ਦੀ ਗੱਲ ਕਰਾਂਗਾ, ਉਸ ਟਾਈਮ ਆਪਾਂ ਕੀ ਕਰਨਾ ਆ, ਜਿਹੜੀ ਨੀਚੇ ਵਾਲੀ ਫੋਰਸ ਆ ਉਹ ਆਪਾਂ ਲੈਣੀ ਆ ਪੋਜ਼ੀਟਿਵ, ਜਿਹੜੀ ਉੱਪਰ ਵਾਲੀ ਆ ਉਹ ਲੈਣੀ ਆਪਾਂ ਨੈਗੇਟਿਵ। ਠੀਕ ਆ ਜੀ, ਸੋ ਜਿੰਨੀਆਂ ਵੀ ਉੱਪਰੋਂ ਤੋਂ ਨੀਚੇ ਲੱਗ ਰਹੀਆਂ ਫੋਰਸ ਉਹ ਸਾਰੀਆਂ ਪੋਜ਼ੀਟਿਵ ਹੀ ਲੈਣੀਆਂ। ਠੀਕ ਆ ਜੀ, ਯੂਡੀਐਲ ਵੀ ਕੀ ਹੈ ਇੱਕ, ਠੀਕ ਆ ਜੀ, ਉੱਪਰੋਂ ਨੀਚੇ ਹੀ ਲੱਗ ਰਹੀ ਹੈ ਫੋਰਸ, ਬੀਮ ਦੇ ਉੱਪਰੋਂ ਨੀਚੇ ਵੱਲ ਨੂੰ ਫੋਰਸ ਲੱਗ ਰਹੀ ਆ। ਠੀਕ ਆ ਜੀ, ਜਦੋਂ ਵੀ ਰਿਐਕਸ਼ਨ ਲੱਗੂਗਾ ਉਹ ਹਮੇਸ਼ਾ ਨੀਚੇ ਉੱਪਰ ਲੱਗੂਗਾ, ਇਹ ਬਸ ਯਾਦ ਰੱਖਣਾ ਹੈ। ਹੁਣ ਇਹ ਜਿਹੜਾ ਹੈਗਾ ਆ ਯੂਡੀਐਲ ਇਹ ਉੱਪਰੋਂ ਨੀਚੇ ਲੱਗ ਰਿਹਾ। ਠੀਕ ਹੈ ਜੀ, ਸੋ ਆਪਾਂ ਇਹਨੂੰ ਆਪਾਂ ਪੋਜ਼ੀਟਿਵ ਹੀ ਕੰਸੀਡਰ ਕਰਾਂਗੇ। ਠੀਕ ਆ, ਹੁਣ ਰਾਈਟ ਹੈਂਡ ਸਾਈਡ ਤੋਂ ਆਪਾਂ ਪਹਿਲਾਂ ਲਿਖ ਦੇਣਾ ਕਿ ਆਪਾਂ ਕਿੱਥੋਂ ਕਿਹੜੀ ਸਾਈਡ ਲੈਂਦੇ ਪਏ ਹਾਂ, ਕੰਸੀਡਰਿੰਗ ਰਾਈਟ ਹੈਂਡ ਸਾਈਡ। ਠੀਕ ਆ ਜੀ, ਟੇਕਿੰਗ ਅਪਵਰਡ ਫੋਰਸ ਨੈਗੇਟਿਵ ਐਂਡ ਡਾਊਨਵਰਡ ਫੋਰਸ ਪੋਜ਼ੀਟਿਵ। ਠੀਕ ਆ ਜੀ, ਸੋ ਸ਼ੀਅਰ ਫੋਰਸ ਆਪਾਂ ਸਟਾਰਟ ਕਰ ਦਿੰਦੇ ਮਾਈਕਲ ਪੁਆਇੰਟ ਬੀ ਤੋਂ, ਫਿਰ ਆਪਾਂ ਪੁਆਇੰਟ ਸੀ ਲਵਾਂਗੇ, ਫਿਰ ਏ ਲਵਾਂਗੇ। ਜਿਹੜਾ ਬੀ ਅਤੇ ਸੀ ਵਾਲਾ ਪੁਆਇੰਟ ਆ ਹਮੇਸ਼ਾ ਆਪਾਂ ਤੁਹਾਨੂੰ ਦੱਸਿਆ ਸੀਗਾ ਕਿ ਬੀ ਜਿਹੜਾ ਪੁਆਇੰਟ ਆ ਆਪਾਂ ਪਹਿਲਾਂ ਉਹਦਾ ਰਾਈਟ ਹੈਂਡ ਸਾਈਡ ਕੰਸੀਡਰ ਕਰਾਂਗੇ, ਫਿਰ ਉਹਦੀ ਲੈਫਟ ਹੈਂਡ ਸਾਈਡ ਕੰਸੀਡਰ ਕਰਾਂਗੇ, ਫਿਰ ਸੀ ਦਾ ਰਾਈਟ ਹੈਂਡ ਸਾਈਡ ਕੰਸੀਡਰ ਕਰਾਂਗੇ, ਫਿਰ ਸੀ ਦੀ ਲੈਫਟ ਹੈਂਡ ਸਾਈਡ ਕੰਸੀਡਰ ਕਰਾਂਗੇ। ਠੀਕ ਆ ਜੀ, ਸੋ ਇਸ ਤਰੀਕੇ ਨਾਲ ਨਿਊਮੈਰੀਕਲ ਸੋਲਵ ਕਰਾਂਗੇ। ਸੋ ਜਿਹੜਾ ਫਿਕਸਡ ਪੁਆਇੰਟ ਆ ਉੱਥੇ ਐਗਜ਼ੈਕਟ ਕੱਢਾਂਗੇ ਸ਼ੀਅਰ ਫੋਰਸ ਕਿੰਨੀ ਆ ਗਈ ਆ। ਠੀਕ ਆ ਜੀ, ਸੋ ਆਪਾਂ ਸ਼ੀਅਰ ਫੋਰਸ ਤੋਂ ਸਟਾਰਟ ਕਰਦੇ ਹਾਂ। ਸੋ ਸ਼ੀਅਰ ਫੋਰਸ ਪਹਿਲਾਂ ਆਪਾਂ ਲੈਂਦੇ ਪੁਆਇੰਟ ਬੀ ਤੋਂ ਰਾਈਟ ਹੈਂਡ ਸਾਈਡ, ਜਸਟ ਸ਼ੀਅਰ ਫੋਰਸ ਜਸਟ ਔਨ ਰਾਈਟ ਹੈਂਡ ਸਾਈਡ ਆਫ ਪੁਆਇੰਟ ਬੀ। ਠੀਕ ਹੈ ਜੀ, ਪੁਆਇੰਟ ਬੀ ਦੇ ਰਾਈਟ ਹੈਂਡ ਸਾਈਡ ਜਦੋਂ ਮੂਵ ਕੀਤਾ, ਥੋੜ੍ਹਾ ਜਿਹਾ ਜਸਟ ਥੋੜ੍ਹਾ ਜਿਹਾ ਮੂਵ ਕਰਦੇ ਹਾਂ ਤਾਂ ਉੱਥੇ ਸਾਨੂੰ ਕੋਈ ਬੀਮ ਕੋਈ ਫੋਰਸ ਨਹੀਂ ਮਿਲਦੀ ਪਈ, ਇਸ ਕਰਕੇ ਆਪਾਂ ਕੀ ਲਿਖਿਆ ਇੱਥੇ 0। ਠੀਕ ਹੈ ਜੀ, ਇਸੇ ਤਰੀਕੇ ਨਾਲ ਆਪਾਂ ਸ਼ੀਅਰ ਫੋਰਸ ਜਸਟ ਔਨ ਲੈਫਟ ਹੈਂਡ ਸਾਈਡ ਆਫ ਪੁਆਇੰਟ ਬੀ। ਠੀਕ ਹੈ ਜੀ, ਜਸਟ ਔਨ ਦਾ ਮੈਂ ਤੁਹਾਨੂੰ ਦੱਸਿਆ ਸੀਗਾ ਕਿ ਜਸਟ ਔਨ ਦਾ ਮਤਲਬ ਕੀ ਥੋੜ੍ਹਾ ਜਿਹਾ, ਬਹੁਤ ਹੀ ਆਪਾਂ ਜਸਟਲੀ ਮੂਵ ਹੀ ਕੀਤਾ ਦੂਜੇ ਪਾਸੇ। ਠੀਕ ਹੈ ਜੀ, ਸੋ ਉਹਦੇ ਵਿੱਚ ਬੀਮ ਆਊਗਾ, ਪਰ ਕਿੰਨਾ ਬੀਮ ਆਉਣਾ ਆ, ਕਿੰਨੀ ਉਹਦੀ ਐਗਜ਼ੈਕਟ ਲੈਂਥ ਕਿੰਨੀ ਹੈਗੀ ਆ, ਇਹ ਸਾਨੂੰ ਨਹੀਂ ਪਤਾ। ਜਿਹੜੀ ਗੱਲਾਂ ਦਾ ਸਾਨੂੰ ਨਹੀਂ ਪਤਾ ਹੁੰਦਾ ਅਤੇ ਆਪਾਂ ਉਸ ਕੇਸ ਦੇ ਵਿੱਚ ਆਪਾਂ ਫਾਈਂਡ ਆਊਟ ਨਹੀਂ ਕਰ ਸਕਦੇ ਕਿ
ਉਹਦੇ ਉੱਪਰ ਕਿੰਨਾ UDL ਲੱਗਦਾ ਪਿਆ ਹੈ, ਕਿਉਂਕਿ ਸਾਨੂੰ ਲੈਂਥ ਵੀ ਦੱਸਣੀ ਪੈਣੀ ਨਾ ਕਿ ਕਿੰਨਾ UDL ਮਤਲਬ ਕਿੰਨਾ UDL ਆਪਾਂ ਲੈਣਾ ਆ। ਠੀਕ ਆ ਜੀ, ਉਹਦੇ ਲਈ ਸਾਨੂੰ ਇਹ ਦੱਸਣਾ ਪੈਣਾ ਕਿ ਕਿੰਨਾ ਏਰੀਆ ਆ। ਠੀਕ ਆ ਜੀ, ਕਿੰਨੇ ਏਰੀਆ ਵਿੱਚ ਉਹ ਲੱਗਦੀ ਪਈ ਆ ਫੋਰਸ। ਸੋ ਇਹਦੇ ਵਿੱਚ ਇਸ ਕੇਸ ਦੇ ਵਿੱਚ ਆਪਾਂ ਇਹ ਮੰਨ ਕੇ ਚੱਲਣਾ ਕਿ ਜਿੰਨੀ ਦੇਰ ਤੱਕ UDL ਸਾਡਾ ਪੂਰਾ ਕਵਰ ਨਹੀਂ ਹੋ ਜਾਂਦਾ, ਜਿੱਦਾਂ ਪੂਰਾ ਕਵਰ ਕਿੱਥੇ ਤੱਕ ਹੋਊਗਾ, ਜਦੋਂ ਪੁਆਇੰਟ C ਤੱਕ ਪਹੁੰਚੇਗਾ, ਉਨੀ ਦੇਰ ਤੱਕ ਆਪਾਂ UDL ਫੋਰਸ ਕੰਸੀਡਰ ਨਹੀਂ ਕਰਨੀ। ਠੀਕ ਆ ਜੀ, ਸੋ ਪੁਆਇੰਟ B ਤੋਂ ਆਪਾਂ ਜਸਟ ਲੈਫਟ ਹੈਂਡ ਸਾਈਡ ਵੱਲ ਮੂਵ ਕੀਤਾ ਆ, ਸੋ ਉਹਦੇ ਵਿੱਚ ਬਹੁਤ ਹੀ ਮਾਈਨਰ ਜੀ ਆਣੀ, ਨੈਗਲੀਜੀਬਲ ਫੋਰਸ ਆਣੀ ਆ, ਜਿਹੜੀ ਕਿ ਆਪਾਂ ਕੰਸੀਡਰ ਨਹੀਂ ਕਰਦੇ। ਠੀਕ ਆ ਜੀ, ਅਤੇ ਇਸ ਕਰਕੇ ਆਪਾਂ ਇੱਥੇ ਵੀ ਲਿਖ ਦਿੱਤਾ ਆ 0। ਠੀਕ ਆ ਜੀ, ਸੋ ਪਹਿਲੇ ਕੇਸ ਦੇ ਵਿੱਚ ਵੀ ਰਾਈਟ ਹੈਂਡ ਸਾਈਡ ਵੱਲ ਤਾਂ ਕੋਈ ਫੋਰਸ ਲੱਗ ਹੀ ਨਹੀਂ ਰਹੀ ਸੀਗੀ, ਉਹ ਹੈਗੀ 0। ਲੈਫਟ ਹੈਂਡ ਸਾਈਡ ਦੇ ਕੇਸ ਦੇ ਵਿੱਚ ਵੀ ਆਪਾਂ 0 ਹੀ ਲੈਣੀ ਆ। ਠੀਕ ਹੈ ਜੀ, ਆਹ ਲੈਫਟ ਹੈਂਡ ਸਾਈਡ ਜਦੋਂ ਆਪਾਂ ਮੂਵ ਕਰਨਾ ਪੁਆਇੰਟ B ਤੋਂ, ਉਹਦੇ ਕੇਸ ਵੀ 0 ਹੀ ਲੈਣੀ ਆ। ਕਿਉਂਕਿ ਉਹ ਬਹੁਤ ਨੈਗਲੀਜੀਬਲ ਫੋਰਸ ਆਣੀ ਆ, ਜਿਹੜੀ ਆਪਾਂ ਕੰਸੀਡਰ ਨਹੀਂ ਕਰਨੀ। ਠੀਕ ਆ ਜੀ, ਹੁਣ ਅੱਗੇ ਆ ਜਾਓ ਪੁਆਇੰਟ C ਦਾ ਰਾਈਟ ਹੈਂਡ ਸਾਈਡ। ਸੋ ਪੁਆਇੰਟ C ਜਸਟ ਔਨ ਰਾਈਟ ਹੈਂਡ ਸਾਈਡ ਆਫ ਪੁਆਇੰਟ C। ਹੁਣ ਜਦੋਂ ਪੁਆਇੰਟ C ਲਵਾਂਗਾ ਤਾਂ ਕਿੰਨਾ ਬੀਮ ਆ ਗਿਆ, ਤੁਹਾਨੂੰ ਮੈਂ ਦੱਸਿਆ ਸੀਗਾ, ਜਿੰਨਾ ਬੀਮ ਕਵਰ ਹੁੰਦਾ ਗਿਆ। ਠੀਕ ਆ ਜੀ, ਉਹ ਆਪਾਂ ਕੰਸੀਡਰ ਕਰਨਾ। ਹੁਣ ਆਹ ਪੂਰਾ ਆ ਰਿਹਾ ਹੈ ਤੁਹਾਡਾ ਬੀਮ, ਜੇ ਮੈਂ ਰਾਈਟ ਹੈਂਡ ਸਾਈਡ ਵੱਲ ਲੈ ਕੇ ਚੱਲਾਂ। ਸੋ ਇਹਦੇ ਵਿੱਚ ਹੁਣ ਇਸ ਕੇਸ ਵਿੱਚ ਨੈਗਲੀਜੀਬਲ ਨਹੀਂ ਆ। ਪਹਿਲਾਂ ਜਦੋਂ ਆਪਾਂ ਕਹਿ ਤਾ ਕਿ ਨੈਗਲੀਜੀਬਲ ਆ, ਥੋੜ੍ਹਾ ਜਿਹਾ ਹੀ ਆਪਾਂ ਉਹਨੂੰ 0 ਕਰ ਸਕਦੇ ਹਾਂ। ਇਸ ਕੇਸ 'ਚ 0 ਨਹੀਂ ਕਰ ਸਕਦੇ, ਇਸ ਕੇਸ ਦੇ ਵਿੱਚ ਤਾਂ ਪੂਰਾ ਲੱਗਦਾ ਪਿਆ, ਅਪਲਾਈ ਹੁੰਦਾ ਪਿਆ ਆ। ਠੀਕ ਆ ਜੀ, ਸੋ ਆਪਾਂ ਇਹਦੇ ਵਿੱਚ ਪੂਰਾ ਕੰਸੀਡਰ ਕਰਾਂਗੇ। ਹੁਣ ਕੀ UDL ਕਿੰਨਾ ਲੱਗਦਾ ਪਿਆ, 1 ਕਿਲੋ ਨਿਊਟਨ ਪਰ ਮੀਟਰ। ਹੁਣ ਤੁਹਾਨੂੰ ਮੈਂ ਦੱਸਿਆ ਸੀਗਾ ਜਿਹੜੀ ਫੋਰਸ ਆ ਉਹ ਕਿਹਦੇ ਵਿੱਚ ਹੁੰਦੀ ਆ, ਉਹ ਹੁੰਦੀ ਹੈ ਕਿਲੋ ਨਿਊਟਨ ਦੇ ਵਿੱਚ ਹੁੰਦੀ ਆ, ਪਰ ਇਹਦੇ ਵਿੱਚ ਕੀ ਹੈ, ਪਰ ਮੀਟਰ ਆ। ਠੀਕ ਹੈ ਜੀ, ਹੁਣ ਪਰ ਮੀਟਰ ਨੂੰ ਜੇ ਆਪਾਂ ਕੈਂਸਲ ਆਊਟ ਕਰਨਾ ਹੈ ਤਾਂ ਇਹਦਾ ਮਤਲਬ ਕੀ ਹੈ, ਸਾਨੂੰ ਲੈਂਥ ਨਾਲ ਹੀ ਮਲਟੀਪਲਾਈ ਕਰਨਾ ਪਊਗਾ। ਠੀਕ ਹੈ ਜੀ, ਸੋ ਆਪਾਂ ਇਹਨੂੰ ਕਿੱਦਾਂ ਲਿਖਦੇ ਹਾਂ, ਆਪਾਂ AM ਦੇ ਵਿੱਚ ਵੀ ਕੀਤਾ ਸੀਗਾ ਲਾਸਟ ਟਾਈਮ ਜਦੋਂ ਅਪਲਾਈਡ ਮਕੈਨਿਕਸ ਕੀਤੀ ਸੀ, ਉਹਦੇ ਵਿੱਚ ਵੀ ਤੁਹਾਨੂੰ ਯਾਦ ਹੋਣਾ ਆਪਾਂ ਕੀ ਕੀਤਾ ਸੀਗਾ। ਸੋ 1 × 2 ਕੀ ਆ, 2 ਕੀ ਉਹਦੀ ਪੂਰੀ ਲੈਂਥ ਆ, ਜਿਸ ਲੈਂਥ ਦੇ ਵਿੱਚ ਉਹ ਲੱਗਦਾ ਪਿਆ ਆ। 1 × 2 ਇਹ ਕਿੰਨਾ ਬਣ ਗਿਆ ਹੁਣ, ਕਿਲੋ ਨਿਊਟਨ ਪਰ ਮੀਟਰ ਇੰਟੂ ਮੀਟਰ। ਮੀਟਰ ਨਾਲ ਮੀਟਰ ਕੈਂਸਲ ਆਊਟ ਬਣ ਗਿਆ। ਠੀਕ ਹੈ ਜੀ, ਬਣ ਗਿਆ ਕਿ ਕਿਲੋ ਨਿਊਟਨ। ਸੋ ਕਿੰਨਾ ਆਂਸਰ ਆ ਗਿਆ, 2 ਕਿਲੋ ਨਿਊਟਨ। ਕਿੰਨਾ ਆ ਗਿਆ, 2 ਕਿਲੋ ਨਿਊਟਨ। ਠੀਕ ਆ, ਸੋ ਤੁਹਾਨੂੰ ਦੱਸਿਆ ਸੀਗਾ ਲਾਸਟ ਟਾਈਮ ਵੀ ਜਦੋਂ ਆਪਾਂ AM ਪੜ੍ਹੀ ਸੀਗੀ ਕਿ ਆਪਾਂ UDL ਨੂੰ ਪੁਆਇੰਟ ਲੋਡ ਦੇ ਵਿੱਚ ਕਿੱਦਾਂ ਕਨਵਰਟ ਕਰਨਾ। ਇਹਦੇ ਵਿੱਚ ਆਪਾਂ ਇਹ ਪੁਆਇੰਟ ਲੋਡ ਦੇ ਵਿੱਚ ਹੀ ਕਨਵਰਟ ਕੀਤਾ ਆ। ਯਾਦ ਹੋਣਾ ਤੁਹਾਨੂੰ, ਮੈਂ ਤੁਹਾਨੂੰ ਕਿਹਾ ਸੀਗਾ ਕਿ ਜਿੰਨਾ UDL ਹੋਊਗਾ ਤੁਸੀਂ ਕੀ ਕਰਨਾ, ਸਿੰਪਲੀ ਉਹਨੂੰ ਉਹਦੀ ਲੈਂਥ ਨਾਲ ਕੀ ਕਰ ਦੇਣਾ, ਮਲਟੀਪਲਾਈ ਕਰ ਦੇਣਾ। ਉਹਦੀ ਲੈਂਥ ਕਿੰਨੀ ਆ, 2 ਮੀਟਰ ਦੀ ਲੈਂਥ ਆ। ਸੋ 2 ਨਾਲ ਮਲਟੀਪਲਾਈ ਕਰਤਾ, 2 1 ਦਾ 2 ਆ ਗਿਆ। ਠੀਕ ਆ ਜੀ, ਸੋ ਉਹ ਕਿੱਥੇ ਕਨਵਰਟ ਹੋ ਗਿਆ, UDL ਇਜ਼ ਕਨਵਰਟਡ ਇਨਟੂ ਪੁਆਇੰਟ ਲੋਡ। ਉਹ ਪੁਆਇੰਟ ਲੋਡ 'ਚ ਕਨਵਰਟ ਹੋ ਗਿਆ। ਤਾਂ ਮੈਂ ਤੁਹਾਨੂੰ ਇਹ ਵੀ ਦੱਸਿਆ ਸੀਗਾ ਉਸ ਟਾਈਮ ਕਿ ਪੁਆਇੰਟ ਲੋਡ ਕਿੱਥੇ ਲੱਗੂਗਾ, ਉਹਦੇ ਸੈਂਟਰ ਦੇ ਵਿੱਚ। ਕਿੱਥੇ ਲੱਗੂਗਾ, C ਅਤੇ B ਦੇ ਕਿੱਥੇ ਲੱਗਦਾ, ਉਹ ਸੈਂਟਰ ਦੇ ਵਿੱਚ ਹਮੇਸ਼ਾ ਅਪਲਾਈ ਹੁੰਦਾ ਹੈ ਪੁਆਇੰਟ ਲੋਡ। ਠੀਕ ਹੈ, ਬਸ ਇੱਥੇ ਆਪਾਂ ਇਹਨੂੰ UDL ਨੂੰ ਪੁਆਇੰਟ ਲੋਡ ਦੇ ਵਿੱਚ ਹੀ ਕਨਵਰਟ ਕੀਤਾ ਆ। ਸੋ 2 ਨੂੰ ਮਲਟੀਪਲਾਈ ਕਰ ਦਿੱਤਾ 1 ਦੇ ਨਾਲ, ਜਿੰਨਾ ਨਾਲ ਉਹ ਪੁਆਇੰਟ ਲੋਡ ਬਣ ਗਿਆ, ਮਤਲਬ ਕਿਲੋ ਨਿਊਟਨ ਬਣ ਗਿਆ। ਅਤੇ ਕਿੱਥੇ ਲੱਗਦਾ ਪਿਆ, ਉਹਦੇ ਸੈਂਟਰ ਦੇ ਵਿੱਚ। ਠੀਕ ਆ ਜੀ, ਸੋ ਇਹਦੇ ਵਿੱਚ ਤਾਂ ਆਪਾਂ ਸਿਰਫ ਫੋਰਸ ਲੈਣੀ ਹੈ ਨਾ, ਸੋ ਆਪਾਂ ਸਿਰਫ ਫੋਰਸ ਕੰਸੀਡਰ ਕਰਨੀ ਹੈ। ਇਸ ਕਰਕੇ ਫੋਰਸ ਕਿੰਨੀ ਬਣ ਗਈ ਹੈ, 2 ਕਿਲੋ ਨਿਊਟਨ। ਸੋ ਇੱਥੇ ਕੀ ਆ ਗਿਆ, ਪੋਜ਼ੀਟਿਵ 2 ਕਿਲੋ ਨਿਊਟਨ। ਉੱਪਰੋਂ ਨੀਚੇ ਲੱਗਦੀ ਪਈ ਹੈ, ਇਸ ਕਰਕੇ ਪੋਜ਼ੀਟਿਵ 2 ਕਿਲੋ ਨਿਊਟਨ। ਠੀਕ ਹੈ ਜੀ, ਸੋ ਇसी तरह ਲੈਫਟ हैंड साइड ऑफ पॉइंट C, ਲੈਫਟ हैंड साइड जस्ट ऑन ਲੈਫਟ हैंड साइड ऑफ पॉइंट C, ਫਿਰ ਉਹੀ ਸਾਰਾ ਬੀਮ ਕਵਰ ਹੋ ਰਿਹਾ, ਉਹੀ ਫੋਰਸ ਲੱਗ ਰਹੀ ਹੈ। ਕਿੰਨੀ ਲੱਗ ਰਹੀ ਹੈ, 2 ਕਿਲੋ ਨਿਊਟਨ। ਠੀਕ ਹੈ ਜੀ, ਪਲੱਸ 2 ਕਿਲੋ ਨਿਊਟਨ। ਸੋ ਇਸੇ ਤਰੀਕੇ ਨਾਲ ਆਪਾਂ ਪੁਆਇੰਟ A ਦੇ ਉੱਪਰ ਲੈ ਲੈਣੀ ਆ। ਪੁਆਇੰਟ A ਦੇ ਉੱਪਰ ਕੀ ਆ, ਹੁਣ ਪੁਆਇੰਟ A ਦੇ ਹੁਣ ਦੇਖੋ ਪੁਆਇੰਟ A ਤੱਕ ਕਵਰ ਕਰਨਾ ਬੀਮ, ਪੁਆਇੰਟ A ਤੱਕ ਕਵਰ ਕਰਦੇ ਪਏ ਤਾਂ ਸਿਰਫ UDL ਹੀ ਲੱਗਦਾ ਪਿਆ ਆ। ਸੋ ਇਸ ਕਰਕੇ ਉੱਥੇ ਵੀ ਕਿੰਨਾ ਆਂਸਰ ਆ ਗਿਆ ਤੁਹਾਡਾ, ਪਲੱਸ 2 ਕਿਲੋ ਨਿਊਟਨ। ਠੀਕ ਹੈ ਜੀ, ਸ਼ੀਅਰ ਫੋਰਸ ਦੇ ਵੇਲੇ ਆਪਾਂ ਸਿਰਫ ਫੋਰਸਿਸ ਹੀ ਕੰਸੀਡਰ ਕਰਦੇ ਹਾਂ ਅਤੇ ਉਹਨਾਂ ਦੀ ਡਾਇਰੈਕਸ਼ਨ ਨੂੰ ਦੇਖਦੇ ਹਾਂ। ਡਾਇਰੈਕਸ਼ਨ ਉੱਪਰੋਂ ਨੀਚੇ ਲੱਗਦੀ ਪਈ ਹੈ, ਨੀਚੋਂ ਉੱਪਰ ਲੱਗਦੀ ਪਈ ਹੈ। ਉੱਪਰੋਂ ਨੀਚੇ ਲੱਗਦੀ ਪਈ ਹੈ ਤਾਂ ਇਟ ਮੀਨਸ ਇਹ ਪੋਜ਼ੀਟਿਵ ਹੀ ਰਹੂਗੀ, ਜੇ ਨੀਚੋਂ ਉੱਪਰ ਲੱਗਦੀ ਹੁੰਦੀ ਫਿਰ ਆਪਾਂ ਨੈਗੇਟਿਵ ਲੈਣੀ ਸੀਗੀ। ਕਲੀਅਰ ਹੋ ਗਿਆ ਜੀ, ਸੋ ਇੱਥੇ ਤੱਕ ਸੀਗਾ ਸ਼ੀਅਰ ਫੋਰਸ। ਠੀਕ ਆ, ਸੋ ਸ਼ੀਅਰ ਫੋਰਸ ਅਤੇ ਇਨ ਫੋਰਸਿਸ ਨੂੰ ਆਪਾਂ ਕੰਸੀਡਰ ਕਰਕੇ ਕੀ ਬਣਾਵਾਂਗੇ, ਸ਼ੀਅਰ ਫੋਰਸ ਡਾਇਗਰਾਮ। ਠੀਕ ਹੈ ਜੀ, ਸੋ ਸ਼ੀਅਰ ਫੋਰਸ ਡਾਇਗਰਾਮ ਦੇਖ ਲਈਏ ਇੱਕ ਵਾਰੀ। ਸੋ ਸ਼ੀਅਰ ਫੋਰਸ ਡਾਇਗਰਾਮ 'ਚ ਦੇਖ ਲਓ, ਹਰ ਚੀਜ਼ ਦੇ ਵਿੱਚ 2 ਫੋਰਸਿਸ ਲਈਆਂ ਹੋਈਆਂ ਆਪਾਂ। ਠੀਕ ਆ, ਸੋ ਇਹਦੇ ਵਿੱਚ B ਪੁਆਇੰਟ ਦੇ ਉੱਤੇ 0 0 2 ਵਾਰੀ ਆਇਆ ਤਾਂ ਮਤਲਬ ਇਹ ਕੀ ਆ, 0 ਹੀ ਰਹੂਗਾ, ਰੈਫਰੈਂਸ ਹੀ ਰਹੂਗਾ। ਠੀਕ ਆ ਜੀ, C ਪੁਆਇੰਟ ਦੇ ਉੱਤੇ ਇੱਕ ਆਇਆ ਤੁਹਾਡੇ ਕੋਲ 2 ਕਿਲੋ ਨਿਊਟਨ, ਫਿਰ 2 ਕਿਲੋ ਨਿਊਟਨ, ਮਤਲਬ
तो मैं कहा स्केल लै लियो, ठीक है जी। 2 किलोमीटर 1 किलो न्यूटन इज इक्वल टू 1 सेंटीमीटर लै लियो, ठीक है। सो इत्थे 2 सेंटीमीटर उपर चल जाना, दोनों की है 2 किलो न्यूटन ही है। सो इस करके 2 किलो न्यूटन इत्थे मार्क कर लेना है, मतलब 2 सेंटीमीटर के उपर तक लगा के मार्क कर लियो। फिर उस तो बाद की है पॉइंट ए दे उत्ते भी 2 किलो न्यूटन ही आया है, ठीक है जी। सो आप फिर की करना, सारे पॉइंट्स आपस दे विच मिला देना तो रैफरेंस लाइन के नाल जोड़ देना। सो ये तुहाडा की बन गया शेयर फोर्स डायग्राम, ठीक है जी। सो इसी तरीके नाल आपां करांगे बेंडिंग मूवमेंट। बेंडिंग मूवमेंट भी एग्जैक्ट पॉइंट ते कढना है, पॉइंट बी ते पॉइंट सी ते पॉइंट ए दे उत्ते। जिहड़ा पॉइंट बी आ स्टार्टिंग ते की आपां हमेशा 0 लिया है, क्योंकि राइट हैंड साइड तो शुरू करते पे ना। सो तुहानूं पता है हुण जो राइट हैंड साइड तो करते हैं तो जिहड़ी क्लॉकवाइज मूवमेंट आ वो लैनी है आपां नैगेटिव, जिहड़ी एंटी क्लॉकवाइज मूवमेंट आ वो की लैनी है आपां पॉजिटिव, ठीक है। सो उपरों नीचे फोर्स लगती पई तो वो एंटी क्लॉकवाइज ही रोटेट करती पई, तो आपां सारियां नैगेटिव दे विच सानूं आंसर मिलणगे, ठीक है जी। सो तुहानूं दस्सिया सी बेंडिंग मूवमेंट जो स्टार्ट करना उदों हमेशा याद रखना फोर्स इंटू परपेंडिकुलर डिस्टेंस। आह चीज़ आपां कंसीडर करनी है, फोर्स इंटू परपेंडिकुलर डिस्टेंस। पहला फोर्स देखनी है कित्थे आ, किहड़ी लगदी पई आ, फिर आपां कंसीडर करना ਉਹਦਾ परपेंडिकुलर डिस्टेंस। हुण पॉइंट सी की गल करते पे हाँ, हुण जे मैं पॉइंट सी की गल करदा पिया, पहला मैं पॉइंट सी तक देखांगा कि किहड़ी फोर्स लगदी पई आ, फिर उत्थों आपां ਉਹਦਾ परपेंडिकुलर डिस्टेंस कैलकुलेट करांगे, ठीक है जी। सो आपां ਉਹੀ ਕਰਨ ਲੱਗੇ ਆ। ਇਹਦੇ ਵਿੱਚ ਦੇਖੋ ਹੁਣ सब तो पहला की आ तुहानूं मैं दस्सिया सीगा UDL नूं पहला पॉइंट लोड दे विच कन्वर्ट कर लो। पॉइंट लोड इहदा कित्थे लगूगा, सेंटर दे विच, बी ते सी दे सेंटर दे विच, ठीक है जी। हुण पॉइंट सी तक कढनी आपां, पॉइंट सी तक कढनी आपां। हुण जदों मैं पॉइंट सी तक फाइंड आउट करना आ बेंडिंग मूवमेंट, पॉइंट सी मतलब ते आपां बेंडिंग मूवमेंट फाइंड आउट करना है। सो इहदा जिहड़ा डिस्टेंस आ कित्थों लैना है आपां, ठीक है जी। पॉइंट सी तो कितना डिस्टेंस आ पॉइंट लोड का, मतलब UDL को कन्वर्ट कर लिया, पहले मल्टीप्लाई कर लिया 2 × 1, जो मल्टीप्लाई किया पॉइंट लोड बन गया, ठीक है जी। पॉइंट लोड बन गया 2 किलो न्यूटन। 2 किलो न्यूटन कित्थे लगा, वो सेंटर में लगा। ये किन्ने डिस्टेंस से लगता पाया, वो सेंटर च लगता पाया। इट मीनस 2 का सेंटर की आ 1, 2 का सेंटर की हो गया 1, ठीक है जी। सो किन्ने डिस्टेंस से लगती पई है फोर्स, 1 के डिस्टेंस लगती पई। सो की बन गया 2 × 1, पहला के 1 × 2 × 1, ठीक है जी। 1 × 2 की बन गया तुहाडा, ਉਹਦਾ UDL कन्वर्ट हो गया पॉइंट लोड ਦੇ ਵਿੱਚ इंटू 1 की हो गया डिस्टेंस हो गया। ये की बन गया फोर्स, ये की बन गया परपेंडिकुलर डिस्टेंस, ठीक है जी। सो इस तरीके नाल आप पॉइंट सी के उत्ते इनू कैलकुलेट करना है। सो कितना आंसर आ जाना इत्थे, ये माइनस से आऊगा क्योंकि ये क्लॉकवाइज रोटेट करता है, -2 किलो न्यूटन, ठीक है जी। कितना आ गया किलो न्यूटन मीटर, क्योंकि फोर्स इंटू परपेंडिकुलर डिस्टेंस आ। सो कितना बन गया देखो इत्थे -2 किलो न्यूटन मीटर, ठीक है जी। क्लीयर आ जी। नैक्सट इज़ बेंडिंग मूवमेंट एट पॉइंट ए। हुण एट पॉइंट ए तो दसनी कितनी बेंडिंग मूवमेंट आ। सो बेंडिंग मूवमेंट एट पॉइंट ए मतलब डिस्टेंस कित्थों लवांगे, हुण पॉइंट ए तो लवांगे आपां, ठीक है जी। सो देखते हैं की बनता है। सो डिस्टेंस लेना वही फोर्स कि वही UDL लगती पई आ, पॉइंट लोड च कन्वर्ट कर लिया कितना 1 × 2, 1 × 2 की हो गया पॉइंट लोड, ठीक है जी। हुण आप बस डिस्टेंस ही दसना होंदा, फोर्स का आप सानूं पता ही कितनी लगती पई आ, हुण बस डिस्टेंस दसना। डिस्टेंस की आ देखो, हुण पॉइंट ए तो लेना, पॉइंट ए तो कितना डिस्टेंस आ देखो कैलकुलेट करो। आगे बन गया 1, आगे बन गया 1, ठीक है जी। 1 तो बन गया ना हो गया 2, सो 2 का की आ गया डिस्टेंस आ गया, ठीक है जी। सो परपेंडिकुलर फोर्स कितनी लगी है 2 × 1 मतलब ये ਉਹਦੀ ਕੀ ਆ पॉइंट लोड, ठीक है जी। फोर्स आ इंटू परपेंडिकुलर डिस्टेंस, परपेंडिकुलर डिस्टेंस ए तो कितना आ इस पॉइंट लोड का 2। सो कितना बन गया देखो इत्थे आ गया साढ़े कोल 2 × 2 कितना आ गया 4, तो क्लॉकवाइज रोटेट करता इस करके -4। सो -4 किलो न्यूटन मीटर, ठीक है जी। सो इस तरीके आप इनू कैलकुलेट कर लिया। कैलकुलेट करने तो बाद फिर यह बेंडिंग मूवमेंट डायग्राम बना लेना, ठीक है। नैगेटिव के नीचे नूं जाऊगी कर्व, आ रैफरेंस लाइन आ, रैफरेंस लाइन तो नीचे नूं जाना आ, ठीक है जी। सी पॉइंट पर आ गया 2, ए पॉइंट पर आ गया फोर्स 4, सारे आपस में मिलाता, उपरों नीचे मिलाता, ये ताड़ी बेंडिंग मूवमेंट कर्व बन गई, ठीक है जी। सो इस तरीके के नाल आपां शेयर फोर्स ते बेंडिंग मूवमेंट डायग्राम बनाने आ जदों आपां UDL लोड लेना, ठीक है जी। सो बाकी आपां नैक्सट लैक्चर च करांगे। ओके जी, थैंक यू।